ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਸਾਰਿਆਂ ਦਾ E9 ਦੇ ਇਸ ਬਹੁਤ ਹੀ ਖਾਸ ਸ਼ੋਅ ਦੇ ਵਿੱਚ। ਸੋ ਅੱਜ ਦਾ ਫੋਕਸ ਰਹੇਗਾ ਉਹ ਸਟੂਡੈਂਟ ਜਿਨ੍ਹਾਂ ਨੂੰ ਰੀਸੈਂਟਲੀ ਰਿਫਿਊਜ਼ਲ ਮਿਲੀ ਹੈ ਤੇ ਜਿਨ੍ਹਾਂ ਨੇ ਹੁਣ ਰੀਫਾਈਲਿੰਗ ਕਰਨੀ ਹੈ। ਸੋ ਸਟੂਡੈਂਟਸ, ਕੈਨੇਡਾ ਦੀ ਇਹ ਬਿਊਟੀ ਹੈ ਕਿ ਤੁਹਾਨੂੰ ਰਿਫਿਊਜ਼ਲ ਤੋਂ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ, ਦਰਵਾਜ਼ੇ ਬੰਦ ਨਹੀਂ ਹੁੰਦੇ। ਬਟ ਇਹ ਚੀਜ਼ ਨੂੰ ਲੈ ਕੇ ਫਿਰ ਤੁਸੀਂ ਲੀਨੀਅੰਟ ਵੀ ਨਹੀਂ ਹੋ ਸਕਦੇ, ਟੇਕਨ ਫॉर ਗ੍ਰਾਂਟਿਡ ਵੀ ਨਹੀਂ ਲੈ ਸਕਦੇ ਚੀਜ਼ਾਂ ਨੂੰ। ਕਈ ਵਾਰੀ ਸਟੂਡੈਂਟ ਐਜ਼ ਇਟ ਇਜ਼ ਹੀ ਫਾਈਲ ਦੁਬਾਰਾ ਲਗਾ ਦਿੰਦੇ ਨੇ, ਜਲਦੀ ਫਾਈਲ ਦੁਬਾਰਾ ਲਗਾ ਦਿੰਦੇ ਨੇ, ਦੂਸਰੀ ਵਾਰੀ ਰਿਫਿਊਜ਼ਲ ਆ ਜਾਂਦੀ ਹੈ। ਸੋ ਅੱਜ ਦੇ ਸ਼ੋਅ ਦੇ ਵਿੱਚ ਗੱਲ ਕਰਾਂਗੇ, ਇੱਕ ਵਾਰੀ ਜੇ ਰਿਫਿਊਜ਼ਲ ਆ ਗਈ ਹੈ ਤਾਂ ਰੀਫਾਈਲਿੰਗ ਇਸ ਤਰੀਕੇ ਨਾਲ ਕਿਵੇਂ ਕੀਤੀ ਜਾ ਸਕੇ ਕਿ ਆਲਮੋਸਟ ਸ਼ੋਰ ਹੋਇਆ ਜਾ ਸਕੇ ਕਿ ਇਸ ਵਾਰ ਵੀਜ਼ਾ ਜ਼ਰੂਰ ਆਊਗਾ। ਸੋ ਪਹਿਲਾਂ ਤਾਂ ਸਟ੍ਰੈਸ ਬਿਲਕੁਲ ਨਹੀਂ ਲੈਣਾ, ਮੈਂ ਹਮੇਸ਼ਾ ਤੁਹਾਨੂੰ ਕਹਿਣਾ, ਤੇ ਇਹ ਗੱਲਾਂ ਤੁਸੀਂ ਧਿਆਨ ਨਾਲ ਸੁਣੋ। ਅੱਜ ਦੇ ਸਾਡੇ ਜਿਹੜੇ ਐਕਸਪਰਟ ਤੁਹਾਨੂੰ ਦੱਸਣਗੇ। ਸੋ ਇਸ ਤੋਂ ਪਹਿਲਾਂ ਕਿ ਮੈਂ ਵੈਲਕਮ ਕਰਾਂ ਸਾਡੇ ਅੱਜ ਦੇ ਐਕਸਪਰਟ ਨੂੰ, ਮੈਂ ਇੱਕ ਬਰੀਫ ਇੰਟਰੋਡਕਸ਼ਨ ਜ਼ਰੂਰ ਦੇਣੀ ਚਾਹੂੰਗਾ। CICC ਮੈਂਬਰ ਨੇ, ਰੈਗੂਲੇਟਿਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਮੈਡਮ ਅਜਿੰਦਰ ਕੌਰ ਗਿੱਲ ਜੀ। ਸੋ ਇਹਨਾਂ ਚੀਜ਼ਾਂ ਦਾ ਬਹੁਤ ਧਿਆਨ ਰੱਖਣਾ ਪੈਂਦਾ ਕਿਉਂਕਿ ਹੁਣ ਤੁਸੀਂ ਸਮਝ ਗਏ ਹੋ, ਜ਼ਿਆਦਾਤਰ ਸਟੂਡੈਂਟਸ ਅਵੇਅਰਨੈਸ ਵੀ ਆ ਗਈ ਹੈ ਕਿ ਜਿਹੜੇ ਰੈਗੂਲੇਟਿਡ ਕੰਸਲਟੈਂਟ ਹੁੰਦੇ ਨੇ ਉਹਨਾਂ ਤੋਂ ਫਾਈਲ ਕਿਉਂ ਲਗਾਉਣੀ ਚਾਹੀਦੀ ਹੈ। ਮਨ ਦੇ ਵਿੱਚ ਥੋੜੇ ਜਿਹੇ ਸਟੂਡੈਂਟ ਦੇ ਝਿਜਕ ਵੀ ਹੁੰਦੀ ਹੈ ਕਿ ਰੈਗੂਲੇਟਿਡ ਕੰਸਲਟੈਂਟਸ ਥੋੜਾ ਜਿਹਾ ਜ਼ਿਆਦਾ ਜਾਂ ਬਹੁਤ ਜ਼ਿਆਦਾ ਚਾਰਜ ਕਰਦੇ ਨੇ। ਉਹ ਵੀ ਅੱਜ ਇਹਨਾਂ ਤੋਂ ਪੁੱਛਾਂਗੇ ਕਿੰਨਾ ਕੁ ਜ਼ਿਆਦਾ ਇਹ ਚਾਰਜ ਕਰ ਰਹੇ ਨੇ ਜਾਂ ਨਹੀਂ ਕਰ ਰਹੇ ਨੇ। ਸੋ ਵੈਲਕਮ ਹੈ ਜੀ ਤੁਹਾਡਾ ਬਹੁਤ ਬਹੁਤ ਜੀ। ਥੈਂਕ ਯੂ ਦੀਪਕ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਸਟੂਡੈਂਟਸ, ਫਰਦਰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਹ ਵੀ ਦੱਸਦਾ ਕਿ ਸਕਾਈਟੈਕ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਜਿਹੜੇ ਅੱਜ ਸਾਡੇ ਨਾਲ ਮੌਜੂਦ ਨੇ, ਇੱਕ ਫਾਇਦਾ ਹੋਰ ਵੀ ਹੈ ਇਹਨਾਂ ਦਾ ਕਿ ਦੋਨੋਂ ਜਗ੍ਹਾ ਪ੍ਰੈਜ਼ੈਂਸ ਹੈ ਸਕਾਈਟੈਕ ਇਮੀਗ੍ਰੇਸ਼ਨ ਦੀ। ਕੈਨੇਡਾ ਦੇ ਵਿੱਚ ਵੀ ਆਫਿਸ ਹੈ ਤੇ ਪੰਜਾਬ ਦੇ ਵਿੱਚ ਵੀ ਆਫਿਸਿਸ ਨੇ। ਸੋ ਕਈ ਤਰੀਕੇ ਨਾਲ ਤੁਹਾਡੀ ਹੈਲਪ ਕਰ ਸਕਦੇ ਨੇ। ਸੋ ਅਜਿੰਦਰਵੀਰ ਕੌਰ ਗਿੱਲ ਜੀ, ਮੇਰਾ ਪਹਿਲਾ ਸਵਾਲ ਇਹੀ ਹੈ, ਉਸ ਤੋਂ ਬਾਅਦ ਡਿਟੇਲ 'ਚ ਬਾਕੀ ਸਵਾਲਾਂ ਦੇ ਜਵਾਬ ਲਵਾਂਗੇ। ਪਹਿਲਾ ਕੰਸਰਨ ਸਟੂਡੈਂਟਸ ਦਾ ਇਹੀ ਹੁੰਦਾ ਕਿ ਤੁਸੀਂ ਪੈਸੇ ਜ਼ਿਆਦਾ ਤਾਂ ਨਹੀਂ ਲੈ ਲਓਗੇ, ਬਹੁਤ ਜ਼ਿਆਦਾ ਤਾਂ ਨਹੀਂ ਲੈ ਲਓਗੇ। ਹਾਂਜੀ ਬਿਲਕੁਲ ਦੀਪਕ ਜੀ, ਜ਼ਿਆਦਾਤਰ ਸਟੂਡੈਂਟਸ ਦਾ ਇਹੀ ਕੰਸਰਨ ਹੁੰਦਾ ਹੈ। ਸ਼ਾਇਦ ਇਹ ਵੀ ਇੱਕ ਕਾਰਨ ਹੈ ਕਿ ਸਟੂਡੈਂਟ ਥੋੜਾ ਹੈਜ਼ਿਟੇਟ ਕਰਦੇ ਨੇ ਕਿਸੇ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਦੇ ਕੋਲ ਜਾਣ ਤੋਂ। ਤੋ ਪਹਿਲਾਂ ਮੈਂ ਸਟੂਡੈਂਟਸ ਨੂੰ ਇਹ ਦੱਸਣਾ ਚਾਹੂੰਗੀ ਕਿ ਬਿਲਕੁਲ ਅਸੀਂ ਕੋਈ ਜ਼ਿਆਦਾ ਚਾਰਜਸ ਨਹੀਂ ਲੈਂਦੇ, ਥੋੜਾ ਜਿਹਾ ਫਰਕ ਹੁੰਦਾ ਹੈ ਬਟ ਇੰਨਾ ਨਹੀਂ ਕਿ ਤੁਸੀਂ ਸਾਨੂੰ ਅਫੋਰਡ ਨਾ ਕਰ ਸਕੋ। ਸੋ ਬਟ ਇਹ ਕਈ ਵਾਰੀ ਅਸੀਂ ਸਟੂਡੈਂਟਸ ਦੀ ਜਿਹੜੀ ਫਾਈਨੈਂਸ਼ੀਅਲ ਕੰਡੀਸ਼ਨਸ ਦੇਖ ਕੇ ਵੀ ਅਸੀਂ ਉਹਨਾਂ ਨੂੰ ਕੁਛ ਜਿਹੜੀਆਂ ਫੈਸਿਲਿਟੀਜ਼ ਪ੍ਰੋਵਾਈਡ ਕਰੀਦੀਆਂ ਨੇ ਕਿ ਤੁਸੀਂ ਇੰਸਟਾਲਮੈਂਟਸ ਦੇ ਵਿੱਚ ਦੇ ਸਕਦੇ ਹੋ ਜਾਂ ਥੋੜਾ ਜਿਹਾ ਅਸੀਂ ਆਪਣੇ ਥੋੜਾ ਡਿਡਕਟ ਵੀ ਕਰ ਲੈਂਦੇ ਹਾਂ ਉਸੇ ਅਕੋਰਡਿੰਗ। ਸੋ ਤੁਹਾਨੂੰ ਇਸ ਚੀਜ਼ ਨੂੰ ਲੈ ਕੇ ਵਰਿਡ ਹੋਣ ਦੀ ਬਿਲਕੁਲ ਵੀ ਲੋੜ ਨਹੀਂ ਆ। ਤੁਸੀਂ ਸਾਡੇ ਕੋਲ ਦੇਖੋ, ਜਿਹੜੀ ਖਾਸ ਤੌਰ ਤੇ ਜਿਹੜੀ ਚੀਜ਼ ਹੈ, ਅਗਰ ਅਸੀਂ ਗੱਲ ਕਰੀਏ ਕਿ ਕੈਨੇਡਾ ਦੇ ਵਿੱਚ ਜਦੋਂ ਅਸੀਂ ਕੋਈ ਵੀ ਸਰਵਿਸ ਪ੍ਰੋਵਾਈਡ ਕਰਦੇ ਹਾਂ ਤੇ ਆਵਰਸ ਦੇ ਅਕੋਰਡਿੰਗਲੀ ਸਾਡੇ ਜਿਹੜੇ ਚਾਰਜਸ ਹੁੰਦੇ ਨੇ। ਸੋ ਮੰਨ ਲਓ ਕਿ ਅਗਰ ਤੁਸੀਂ 2 to 3 ਆਵਰਸ ਦੀ ਕੰਸਲਟੇਸ਼ਨ ਲੈ ਰਹੇ ਹੋ, ਹਾਫ ਐਨ ਆਵਰ ਦੀ ਕੰਸਲਟੇਸ਼ਨ ਲੈ ਰਹੇ ਹੋ, ਸੋ ਉਸੇ ਅਕੋਰਡਿੰਗ ਜਿਹੜੇ ਚਾਰਜਸ ਹੁੰਦੇ ਨੇ। ਬਟ ਅਗਰ ਤੁਸੀਂ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਜਾਂ ਤੁਸੀਂ ਆਨਲਾਈਨ ਕੰਸਲਟੇਸ਼ਨ ਵੀ ਲੈ ਰਹੇ ਹੋ, ਅਸੀਂ ਉਹ ਫ੍ਰੀ ਆਫ ਕਾਸਟ ਕਰਦੇ ਹਾਂ। ਉਹਦੇ ਕਿਸੇ ਵੀ ਤਰੀਕੇ ਦੇ ਕੋਈ ਚਾਰਜਸ ਅਸੀਂ ਚਾਰਜ ਨਹੀਂ ਕਰਦੇ। ਸੋ ਤੁਸੀਂ ਬੇਝਿਜਕ ਹੋ ਕੇ ਸਾਨੂੰ ਕੰਟੈਕਟ ਕਰ ਸਕਦੇ ਹੋ, WhatsApp ਦੇ ਉੱਪਰ ਆਪਣੀ ਪ੍ਰੋਫਾਈਲ ਸ਼ੇਅਰ ਕਰ ਸਕਦੇ ਹੋ। ਤੇ ਇਹ ਚੀਜ਼ ਦੇਖੋ, ਇਹ ਖੁਦ ਦਾ ਸੈਲਫ ਡਿਸੀਜ਼ਨ ਹੁੰਦਾ ਹੈ ਕਿ ਤੁਸੀਂ ਆਪਣੀ ਫਾਈਲ ਖੁਦ ਲਗਾਉਣਾ ਚਾਹੁੰਦੇ ਹੋ, ਕਿਸੇ ਏਜੰਟ ਕੋਲ ਲਗਵਾਉਣਾ ਚਾਹੁੰਦੇ ਹੋ ਜਾਂ ਕਿਸੇ ਆਥੋਰਾਈਜ਼ਡ ਕੰਸਲਟੈਂਟ ਦੇ ਕੋਲੋਂ ਲਗਵਾਉਣਾ ਚਾਹੁੰਦੇ ਹੋ। ਬਟ ਜਿਹੜੀ ਇੱਕ ਅਸੈਸਮੈਂਟ ਹੈ ਉਹ ਤੁਸੀਂ ਬਿਲਕੁਲ ਕਰਵਾ ਸਕਦੇ ਹੋ। ਤੁਸੀਂ ਜਾਣ ਸਕਦੇ ਹੋ ਕਿ ਤੁਸੀਂ ਇਸ ਟਾਈਮ ਤੇ ਕਿੱਥੇ ਸਟੈਂਡ ਕਰਦੇ ਹੋ, ਇਹ ਰਾਈਟ ਟਾਈਮ ਹੈ ਐਪਲੀਕੇਸ਼ਨ ਲਗਾਉਣ ਦਾ ਜਾਂ ਨਹੀਂ। ਸੋ ਬਹੁਤ ਇੰਪੋਰਟੈਂਟ ਹੈ ਜੀ। ਨੋਮੀਨਲ ਜੇ ਚਾਰਜਸ ਦਾ ਡਿਫਰੈਂਸ ਹੋ ਸਕਦਾ, ਜਿਵੇਂ ਕਿ ਅਜਿੰਦਰਵੀਰ ਕੌਰ ਗਿੱਲ ਜੀ ਨੇ ਦੱਸਿਆ, ਬਹੁਤ ਜ਼ਿਆਦਾ ਫਰਕ ਨਹੀਂ ਹੁੰਦਾ ਚਾਰਜਸ ਦਾ। ਸੋ ਇਸ ਤਰੀਕੇ ਨਾਲ ਬਹੁਤ ਜ਼ਿਆਦਾ ਹੈਜ਼ੀਟੇਟ ਕਰਨ ਦੀ ਜ਼ਰੂਰਤ ਨਹੀਂ। ਗੱਲ ਕਰਦੇ ਹਾਂ ਜੁਲਾਈ ਇਨਟੇਕ ਦੀ, ਜੁਲਾਈ ਮਹੀਨੇ 'ਚ ਆਉਣ ਵਾਲੇ ਰਿਜ਼ਲਟਸ ਦੀ ਗੱਲ ਕਰਦੇ ਹਾਂ। ਸੋ ਮੈਡਮ, ਜਿਹੜੇ ਜੁਲਾਈ ਮਹੀਨੇ ਦੇ ਰਿਜ਼ਲਟ ਆਏ ਨੇ, ਰਿਫਿਊਜ਼ਲ ਜਿਹੜੇ ਸਟੂਡੈਂਟਸ ਨੂੰ ਆਏ ਨੇ, ਕਿੱਦਾਂ ਦੇ ਰੀਜ਼ਨ ਨੇ ਮੇਨ ਰਿਫਿਊਜ਼ਲ? ਜੀ ਬਿਲਕੁਲ ਦੀਪਕ ਜੀ, ਰਿਫਿਊਜ਼ਲਸ ਦੇ ਜ਼ਿਆਦਾ ਕਾਰਨ ਜਿਹੜੇ ਪ੍ਰੀਵੀਅਸਲੀ ਜਿਹੜੀਆਂ ਚੀਜ਼ਾਂ ਮੈਂਸ਼ਨ ਕਰਦੇ ਸੀਗੇ ਕਿ ਨੋ ਇੰਟੈਂਟ ਟੂ ਕਮ ਬੈਕ ਜਾਂ ਫਿਰ ਇਰਰੈਲੀਵੈਂਟ ਕੋਰਸ ਸਿਲੈਕਸ਼ਨ ਜਾਂ ਤੁਸੀਂ ਕੁਛ ਇਸ ਤਰੀਕੇ ਦੀਆਂ ਕੇਪਸ ਨੋਟਸ ਦੇ ਵਿੱਚ ਜਿਹੜੀਆਂ ਰੀਜ਼ਨਸ ਜਿਹੜੀਆਂ ਨਿਕਲ ਕੇ ਆਉਂਦੀਆਂ ਨੇ। ਬਟ ਇੱਕ ਜਿਹੜੀ ਖਾਸ ਰੀਜ਼ਨ ਜਿਹੜੀ ਥੋੜੀ ਅਲੱਗ ਹਟ ਕੇ ਇਸ ਟਾਈਮ ਤੇ ਰਿਫਿਊਜ਼ਲਸ ਦਾ ਕਾਰਨ ਦੇਖਣ ਨੂੰ ਮਿਲ ਰਿਹਾ, ਉਹ ਹੈਗਾ ਕਿ ਅਗਰ ਤੁਸੀਂ ਆਪਣੇ ਡਾਕੂਮੈਂਟਸ ਪ੍ਰੋਪਰ ਤਰੀਕੇ ਨਾਲ ਸਕੈਨ ਨਹੀਂ ਕੀਤੇ ਤਾਂ ਕੇਪਸ ਨੋਟਸ ਦੇ ਵਿੱਚ ਵੀ ਕੁਛ ਨਹੀਂ ਨਿਕਲ ਕੇ ਆ ਰਿਹਾ। ਕਿਉਂਕਿ ਜਿਹੜੀ ਬਿਗਨਿੰਗ ਤੇ ਜਿਹੜੀ ਤੁਹਾਡੀ ਫਾਈਲ ਦੀ ਅਸੈਸਮੈਂਟ ਹੁੰਦੀ ਹੈ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਥਰੂ ਹੁੰਦੀ, ਜਿੱਥੇ ਤੁਹਾਡਾ ਐਲੀਜੀਬਿਲਿਟੀ ਕ੍ਰਾਈਟੇਰੀਆ ਚੈੱਕ ਕੀਤਾ ਜਾਂਦਾ।
ਸੋ ਅਗਰ ਤੁਸੀਂ ਉੱਥੇ ਹੀ ਨਹੀਂ ਮੀਟ ਕਰੋਗੇ ਤੇ ਜਿਹੜਾ ਡਿਸੀਜਨ ਮੇਕਰ ਕੋਲ ਜਦੋਂ ਸੈਕੰਡ ਸਟੈਪ ਤੇ ਤੁਹਾਡੀ ਐਪਲੀਕੇਸ਼ਨ ਜਾਂਦੀ ਹੈ ਤਾਂ ਉਹ ਤੁਹਾਨੂੰ ਇਨਐਲੀਜੀਬਲ ਸਮਝ ਕੇ ਤੁਹਾਨੂੰ ਰਿਫਿਊਜ਼ਲ ਦਾ ਕਾਰਨ ਦੇ ਦਿੰਦੇ ਨੇ, ਨੋ ਇੰਟੈਂਟ ਟੂ ਕਮ ਬੈਕ। ਸੋ ਇਹ ਇੱਕ ਬਹੁਤ ਵੱਡਾ ਕਾਰਨ ਸਾਹਮਣੇ ਆ ਰਿਹਾ। ਸੋ ਸਟੂਡੈਂਟਸ ਨੂੰ ਰਿਕੁਐਸਟ ਹੈ ਕਿ ਤੁਹਾਡੇ ਜਿਹੜੇ ਡਾਕੂਮੈਂਟਸ ਨੇ ਪ੍ਰੋਪਰ ਵੇ ਨਾਲ ਸਕੈਨ ਹੋਏ ਹੋਣੇ ਚਾਹੀਦੇ ਨੇ, ਕਲੀਅਰ ਹੋਣੇ ਚਾਹੀਦੇ ਨੇ। ਆਪਣੀ ਹਾਰਡ ਕਾਪੀ ਲੈ ਕੇ ਆਓ ਤਾਂ ਕਿ ਅਸੀਂ ਖੁਦ ਸਕੈਨ ਕਰ ਸਕੀਏ। ਸੋ WhatsApp ਦੇ ਉੱਪਰ ਤੁਸੀਂ ਸਾਨੂੰ ਨਾ ਭੇਜੋ, ਜਾਂ ਜਿਹੜਾ ਬੈਸਟ ਵੇ ਆ ਉਹ ਇਹੀ ਹੈ ਇਸ ਟਾਈਮ ਤੇ ਇਸ ਤੋਂ ਇਲਾਵਾ ਜਿਹੜਾ ਸੈਕਿੰਡ ਨੰਬਰ ਤੇ ਜਿਹੜਾ ਸਭ ਤੋਂ ਜ਼ਿਆਦਾ ਕਾਰਨ ਸਾਹਮਣੇ ਆ ਰਿਹਾ ਉਹ ਹੈਗਾ ਇਰਰੈਲੀਵੈਂਟ ਕੋਰਸ ਸਿਲੈਕਸ਼ਨ। ਸੋ ਕਾਫੀ ਸਾਰੇ ਸਟੂਡੈਂਟਸ ਨੂੰ ਖਾਸ ਤੌਰ ਤੇ, ਕਿਉਂਕਿ ਸਟੂਡੈਂਟਸ ਦਾ ਕਿਤੇ ਨਾ ਕਿਤੇ ਓਨੈਸਟ ਹੁੰਦਾ ਹੈ ਕਿ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਤੁਹਾਨੂੰ ਖੁਦ ਨੂੰ ਅਵੇਅਰਨੈਸ ਹੋਣੀ ਚਾਹੀਦੀ ਇਸ ਚੀਜ਼ ਨੂੰ ਲੈ ਕੇ ਕਿ ਤੁਹਾਡੀ ਪ੍ਰੀਵੀਅਸ ਐਜੂਕੇਸ਼ਨ ਦੇ ਨਾਲ ਜਿਹੜੀ ਪ੍ਰਪੋਜ਼ ਸਟੱਡੀ ਤੁਸੀਂ ਆਪਣੀ ਮੇਲ ਕਰਨ ਜਾ ਰਹੇ ਹੋ ਉਹ ਰੈਲੀਵੈਂਟ ਹੈ ਜਾਂ ਨਹੀਂ ਹੈ, ਉਹ ਕਿਤੇ ਲਿੰਕ ਕਰਦੀ ਹੈ ਜਾਂ ਨਹੀਂ ਕਰਦੀ, ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ ਇਸ ਚੀਜ਼ ਦੀ। ਬਾਕੀ ਜਿਹੜੀ ਸੈਕਿੰਡ ਰਿਸਪੌਂਸਿਬਿਲਿਟੀ ਜਾਂ ਸੈਕਿੰਡ ਨੰਬਰ ਤੇ ਉਹ ਬਣਦੀ ਹੈ ਤੁਹਾਡੇ ਏਜੰਟ ਦੀ। ਬਟ ਜੇ ਤੁਸੀਂ ਕਿਸੇ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਦੇ ਕੋਲ ਜਾਂਦੇ ਹੋ, ਹੁਣ ਸਟੂਡੈਂਟਸ ਨੂੰ ਕਾਫੀ ਇਹ ਵੀ ਚੀਜ਼ ਥੋੜੀ ਦੱਸਣੀ ਚਾਹੂੰਗੀ ਕਿ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਦਾ ਮਤਲਬ ਕਿ ਕਿਉਂਕਿ ਕਾਫੀ ਸਾਰੇ ਲੋਕਾਂ ਤੋਂ ਤੁਸੀਂ ਇਹ ਚੀਜ਼ ਬਾਰ-ਬਾਰ ਸੁਣਦੇ ਹੋ ਕਿ ਤੁਸੀਂ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਕੋਲ ਜਾਓ ਜਾਂ ਮਤਲਬ ਕਿ ਤੁਹਾਨੂੰ ਏਜੰਟ ਜਾਂ ਕੰਸਲਟੈਂਟ ਦਾ ਡਿਫਰੈਂਸ ਨਹੀਂ ਪਤਾ ਹੁੰਦਾ। ਸੋ ਇਸ ਚੀਜ਼ ਨੂੰ ਜਾਣਨ ਵਾਸਤੇ, ਕਿਉਂਕਿ ਇਸ ਨੂੰ ਬਰੀਫ ਦੇ ਵਿੱਚ ਆਪਾਂ ਬਾਅਦ ਵਿੱਚ ਡਿਸਕਸ ਕਰਾਂਗੇ, ਬਟ ਇੱਕ ਚੀਜ਼ ਮੈਂ ਦੱਸਣੀ ਚਾਹੂੰਗੀ ਕਿ CICC ਨਾਂ ਦੀ ਇੱਕ ਐਪ ਹੈ, ਉਹਨੂੰ ਤੁਸੀਂ ਡਾਊਨਲੋਡ ਕਰੋ। ਉਸ ਚੀਜ਼ ਦੇ ਵਿੱਚ ਕਿਉਂਕਿ ਤੁਹਾਡੇ ਕੋਲ ਜਦੋਂ ਟਾਈਮ ਹੋਏਗਾ ਦੇਖੋ ਉਹਦੇ ਵਿੱਚ ਜਾ ਕੇ ਕਿ ਜਿਸ ਵੀ ਕੰਸਲਟੈਂਟ ਜਾਂ ਏਜੰਟ ਨੂੰ ਤੁਸੀਂ ਜਾਣਦੇ ਹੋ ਉਸਦਾ ਨਾਮ ਉੱਥੇ ਪੌਪਅਪ ਹੁੰਦਾ ਹੈ। ਕਿਉਂਕਿ ਤੁਸੀਂ ਜ਼ਰੂਰ ਜਦੋਂ ਕਿਸੇ ਕੋਲ ਜਾਂਦੇ ਹੋ ਤੁਹਾਨੂੰ ਏਜੰਟ ਦਾ ਨਾਮ ਪਤਾ ਹੁੰਦਾ ਹੈ, ਉਹਨਾਂ ਦਾ ਲਾਇਸੈਂਸ ਨੰਬਰ ਹੁੰਦਾ, ਜਾਂ ਉਹਨਾਂ ਦੇ ਲੋਕੇਸ਼ਨ ਦਾ ਪਤਾ ਹੁੰਦਾ, ਜਾਂ ਉਹਨਾਂ ਦੇ ਇਮੀਗ੍ਰੇਸ਼ਨ ਕੰਪਨੀ ਦਾ ਨਾਮ ਪਤਾ ਹੁੰਦਾ ਹੈ। ਸੋ ਕੁਛ ਨਾ ਕੁਛ ਤੁਸੀਂ ਜਾਣਦੇ ਹੁੰਦੇ ਹੋ ਤਾਂ ਹੀ ਤੁਸੀਂ ਉਸ ਕੰਸਲਟੈਂਟ ਦੇ ਕੋਲ ਜਾਂਦੇ ਹੋ। ਸੋ ਤੁਸੀਂ ਉਸ ਐਪ ਤੇ ਜਾ ਕੇ ਉਹਨਾਂ ਦਾ ਨਾਮ, ਵੇਰਵਾ, ਲੋਕੇਸ਼ਨ, ਕੁਛ ਵੀ ਜੋ ਵੀ ਜਾਣਦੇ ਹੋ ਉਸਨੂੰ ਭਰੋ। ਅਗਰ ਤਾਂ ਉੱਥੇ ਅਪੀਅਰ ਹੁੰਦੀ ਹੈ ਦੈਟ ਮੀਨਸ ਕਿ ਤੁਹਾਡਾ ਜਿਹੜਾ ਕੰਸਲਟੈਂਟ ਹੈ ਆਥੋਰਾਈਜ਼ਡ ਹੈ। ਆਥੋਰਾਈਜ਼ਡ ਦਾ ਮਤਲਬ ਹੈ ਕਿ ਕੈਨੇਡੀਅਨ ਗਵਰਨਮੈਂਟ ਵੱਲੋਂ ਇੱਕ ਲਿਸਟ ਪ੍ਰੋਵਾਈਡ ਕੀਤੀ ਗਈ ਹੁੰਦੀ ਹੈ ਜਿਹਦੇ ਵਿੱਚ ਉੱਥੋਂ ਦੇ ਜਿਹੜੇ ਆਥੋਰਾਈਜ਼ਡ ਰਿਪਰੈਜ਼ੈਂਟੇਟਿਵਸ ਨੇ ਜਿਨ੍ਹਾਂ ਨੂੰ ਹੱਕ ਮਿਲਿਆ ਤੁਹਾਨੂੰ ਕੰਸਲਟੇਸ਼ਨ ਦੇਣ ਦਾ, ਉਹਨਾਂ ਦਾ ਨਾਮ ਹੁੰਦਾ ਹੈ। ਸੋ ਅਗਰ ਤਾਂ ਤੁਸੀਂ ਕਿਸੇ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਦੇ ਕੋਲੋਂ ਆਪਣੀ ਐਪਲੀਕੇਸ਼ਨ ਲਗਾਉਂਦੇ ਹੋ, ਜਿਹੜੇ ਇਮੀਗ੍ਰੇਸ਼ਨ ਆਫਿਸਰਸ ਹੁੰਦੇ ਨੇ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਕਿਸੇ ਟਰਸਟਵਰਦੀ ਬੰਦੇ ਦੇ ਕੋਲੋਂ ਇਹਨਾਂ ਨੇ ਆਪਣੀ ਐਪਲੀਕੇਸ਼ਨ ਲਗਾਈ ਹੈ ਤੇ ਕਿਸੇ ਵੀ ਤਰੀਕੇ ਨਾਲ ਫਰਾਡ ਨਹੀਂ ਹੋਇਆ। ਸੋ ਇਹ ਕਿਤੇ ਨਾ ਕਿਤੇ ਚੀਜ਼ਾਂ ਦੇ ਵਿੱਚ ਫਰਕ ਪੈਂਦਾ ਹੈ। ਉਸ ਤੋਂ ਇਲਾਵਾ ਸਾਡੇ ਵੱਲੋਂ ਰਿਪਰੈਜ਼ੈਂਟੇਟਿਵ ਫਾਰਮ ਲੱਗਦਾ ਹੈ, ਸਬਮਿਸ਼ਨ ਲੈਟਰ ਲੱਗਦੀ ਹੈ, ਜਿਹਦੇ ਵਿੱਚ ਖਾਸ ਤੌਰ ਤੇ ਸਬਮਿਸ਼ਨ ਲੈਟਰ ਵਿੱਚ ਮੈਂ ਖੁਦ ਰਿਕੁਐਸਟ ਕਰਦੀ ਆਪਣੇ ਵੱਲੋਂ ਕਿ ਇਸ ਕੈਂਡੀਡੇਟ ਨੂੰ ਕਿਉਂ ਤੁਸੀਂ ਜਿਹੜੀ ਅਪਰੂਵਲ ਦਿਓ, ਕਿਉਂ ਕਿਸ ਤਰੀਕੇ ਨਾਲ ਡਿਜ਼ਰਵ ਕਰਦਾ ਹੈ, ਕਿਹੜੇ ਸਕਿੱਲਸ ਐਂਡ ਐਬਿਲਿਟੀਜ਼। ਇੱਕ ਚੀਜ਼ ਮੇਰਾ ਸਵਾਲ ਹੈ ਜੀ ਅਜਿੰਦਰਵੀਰ ਜੀ, ਥੋੜੀ ਜੀ ਸੁਣਵਾਈ ਜਾਂ ਕਿਸ ਲੈਵਲ ਤੱਕ ਸੁਣਵਾਈ ਜ਼ਿਆਦਾ ਹੁੰਦੀ ਹੈ ਇੱਕ ਨਾਨ ਐਥੋਰਾਈਜ਼ਡ ਨਾਨ ਰੈਗੂਲੇਟਿਡ ਜਿਹੜੇ ਏਜੰਟ ਲਗਾਉਂਦੇ ਨੇ, ਜਾਂ ਤੁਸੀਂ ਜਦੋਂ ਫਾਈਲ ਲਗਾਉਂਦੇ ਹੋ ਕਿ ਮੰਨ ਸਕਦੇ ਕਿਸੇ ਲੈਵਲ ਤੇ ਜਾਂ ਕਿਹੜੇ ਲੈਵਲ ਤੇ ਸੁਣਵਾਈ ਜ਼ਿਆਦਾ ਹੁੰਦੀ ਹੈ? ਜੀ ਦੀਪਕ ਜੀ, ਪਹਿਲੇ ਤਾਂ ਇਹ ਚੀਜ਼ ਸਮਝਣੀ ਬਹੁਤ ਜ਼ਰੂਰੀ ਹੈ ਕਿ ਜਿਹੜਾ ਇੱਕ ਅਨਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਹੈ ਉਹ ਤੁਹਾਨੂੰ ਕੰਸਲਟੇਸ਼ਨ ਨਹੀਂ ਦੇ ਸਕਦਾ। ਉਹਨਾਂ ਦੀ ਐਪਲੀਕੇਸ਼ਨ ਲਗਾਉਣ ਦਾ ਤਰੀਕਾ ਇਹੀ ਹੁੰਦਾ ਹੈ ਕਿ ਐਪਲੀਕੇਸ਼ਨ ਜਿਸ ਤਰੀਕੇ ਨਾਲ ਖੁਦ ਜਿਹੜਾ ਸਟੂਡੈਂਟ ਹੈ ਉਹ ਆਪ ਲਗਾ ਰਿਹਾ ਹੈ। ਕਿਸੇ ਵੀ ਤਰੀਕੇ ਦੀ ਕੋਈ ਵੀ ਪ੍ਰੋਬਲਮ ਕ੍ਰੀਏਟ ਹੁੰਦੀ ਹੈ, ਤੁਸੀਂ ਡਾਕੂਮੈਂਟ ਪ੍ਰੋਪਰ ਨਹੀਂ ਪ੍ਰੋਵਾਈਡ ਕਰ ਰਹੇ ਜਾਂ ਜਿਹਨੂੰ ਆਪਾਂ ਇਨਕੰਪਲੀਟ ਡਾਕੂਮੈਂਟੇਸ਼ਨ ਕਹਿੰਦੇ ਆ ਉਹ ਹੈ, ਜਾਂ ਸਾਈਨ ਨਹੀਂ ਹੈਗੇ, ਜਾਂ ਕੋਈ ਪ੍ਰੋਪਰ ਪੇਪਰ ਨਾਲ ਨਹੀਂ ਪ੍ਰੋਵਾਈਡ ਕੀਤਾ ਗਿਆ, ਜਾਂ ਮਿਸ ਰਿਪਰੈਜ਼ੈਂਟੇਸ਼ਨ ਜਾਂ ਕੋਈ ਮਿਸ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਗਈ ਹੈ, ਉਹ ਹਰ ਇੱਕ ਤਰੀਕੇ ਦਾ ਜ਼ਿੰਮੇਦਾਰ ਜਿਹੜਾ ਸਟੂਡੈਂਟ ਖੁਦ ਮੰਨਿਆ ਜਾਂਦਾ। ਕਿਉਂਕਿ ਅਨਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਤੁਹਾਡੇ ਕੋਲੋਂ ਕਦੀ ਵੀ ਫੀਸ ਲੈ ਕੇ ਤੁਹਾਨੂੰ ਸਰਵਿਸ ਨਹੀਂ ਦੇ ਸਕਦਾ ਅਕੋਰਡਿੰਗ ਟੂ ਕੈਨੇਡੀਅਨ ਗਵਰਨਮੈਂਟ। ਦੈਟ ਮੀਨਸ ਕਿ ਉਹਦੇ ਕੋਲ ਕੋਈ ਵੀ ਅਥਾਰਟੀ ਤੁਹਾਨੂੰ ਰਿਪਰੈਜ਼ੈਂਟ ਕਰਨ ਦੀ ਨਹੀਂ ਹੁੰਦੀ ਤੇ ਉਹ ਤੁਹਾਡੀ ਜ਼ਿੰਮੇਵਾਰੀ ਵੀ ਕਿਸ ਤਰੀਕੇ ਨਾਲ ਲੈ ਸਕਦਾ, ਉਹ ਲੈ ਹੀ ਨਹੀਂ ਸਕਦਾ। ਤੁਹਾਡੀ ਰਿਸਪੌਂਸਿਬਿਲਿਟੀ, ਤੁਹਾਡੇ ਵਿੱਚ ਤੁਹਾਡਾ ਕੋਈ ਵੀ ਰਿਪਰੈਜ਼ੈਂਟੇਟਿਵ ਫਾਰਮ ਨਹੀਂ ਲੱਗੇਗਾ, ਜਾਂ ਲੱਗੇਗਾ ਤਾਂ ਉਹਦੇ ਵਿੱਚ ਤੁਹਾਡਾ ਨਾਮ, ਸਟੂਡੈਂਟ ਦਾ ਨਾਮ ਭਰਿਆ ਜਾਏਗਾ ਕਿ ਸਟੂਡੈਂਟ ਆਪਣੀ ਐਪਲੀਕੇਸ਼ਨ ਖੁਦ ਲਗਾ ਰਿਹਾ ਹੈ, ਉਹ ਖੁਦ ਆਪਣੇ ਹਰ ਇੱਕ ਕੰਮ ਲਈ ਜ਼ਿੰਮੇਦਾਰ ਹੈ। ਸੋ ਏਜੰਟ ਦਾ ਨਾਮ ਉੱਥੇ ਕਿਤੇ ਵੀ ਨਹੀਂ ਆਉਣਾ। ਸਟੂਡੈਂਟਸ ਨੂੰ ਇਸ ਗੱਲ ਦਾ ਨਹੀਂ ਪਤਾ ਹੁੰਦਾ। ਸੋ ਮੈਂ ਥੋੜਾ ਇਸ ਚੀਜ਼ ਨੂੰ ਦੱਸ ਰਹੀ ਹਾਂ। ਦੂਜੇ ਪਾਸੇ ਹੁਣ ਗੱਲ ਕਰੀਏ ਰਿਪਰੈਜ਼ੈਂਟੇਟਿਵ ਜਿਹੜਾ ਕਿ ਇੱਕ ਆਥੋਰਾਈਜ਼ਡ ਹੈ, ਜਿਹਨੂੰ ਕੈਨੇਡਾ ਨੇ ਅਥਾਰਟੀ ਦਿੱਤੀ ਆ। ਫੋਰ ਐਗਜ਼ਾਮਪਲ ਅਗਰ ਮੈਂ ਆਪਣੀ ਗੱਲ ਕਰਾਂ, ਉਹ ਹੁੰਦੇ ਨੇ ਇਸ ਤਰ੍ਹਾਂ ਮੈਂਬਰ ਆਫ CICC, ਜਿਨ੍ਹਾਂ ਨੂੰ ਜਿਹੜੇ ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟਸ ਹੁੰਦੇ ਨੇ।
ਅਸੀਂ ਕੀ ਕਰਦੇ ਹਾਂ, ਜਿਹੜਾ ਇੱਕ ਸਾਡੇ ਵੱਲੋਂ ਸਪੈਸ਼ਲ ਰਿਪਰੈਜ਼ੈਂਟੇਟਿਵ ਫਾਰਮ ਹੁੰਦਾ, ਉਹਦੇ ਵਿੱਚ ਸਾਡਾ ਨਾਮ, ਪਤਾ, ਸਾਡਾ ਲਾਇਸੈਂਸ ਨੰਬਰ, ਉਹਦੇ ਵਿੱਚ ਸਾਡੇ ਸਾਈਨ, ਸਟੂਡੈਂਟ ਦੇ ਸਾਈਨ, ਸਾਰਾ ਕੁਝ ਜਿਹੜਾ ਆ ਐਮਬੈਸੀ ਦੇ ਕੋਲ ਜਾਂਦਾ। ਇਸ ਤੋਂ ਇਲਾਵਾ ਸਾਡੇ ਵੱਲੋਂ ਸਬਮਿਸ਼ਨ ਲੈਟਰ ਜਾਂਦੀ, ਜਿਹਦੇ ਵਿੱਚ ਇੱਕ ਰਿਕੁਐਸਟ ਕੀਤੀ ਗਈ ਹੁੰਦੀ ਹੈ ਐਮਬੈਸੀ ਨੂੰ ਕਿ ਇਹ ਸਟੂਡੈਂਟ ਨੂੰ ਇਹਨਾਂ ਦੇ ਸਕਿੱਲਸ, ਐਬਿਲਿਟੀਜ਼ ਸਾਰਾ ਕੁਝ ਦੇਖਣ ਤੋਂ ਬਾਅਦ ਕਿਉਂ ਇਹਨਾਂ ਨੂੰ ਜਿਹੜੀ ਇੱਕ ਅਥਾਰਟੀ ਸਟੂਡੈਂਟ ਵੀਜ਼ਾ ਦਿੱਤਾ ਜਾਵੇ, ਕਿਸ ਤਰੀਕੇ ਨਾਲ ਇਹ ਉਹਦੇ ਲਈ ਹੱਕ ਰੱਖਦੇ ਨੇ। ਸੋ ਇਹ ਚੀਜ਼ ਅਸੀਂ ਅੰਬੈਸੀ ਤੱਕ ਇਹ ਚੀਜ਼ ਪਹੁੰਚਾਉਂਦੇ ਹਾਂ। ਤੇ ਜਿਹੜੀ ਅੰਬੈਸੀ ਹੈ ਉਹ ਵੀ ਇਸ ਚੀਜ਼ ਨੂੰ ਜਾਣਦੀ ਹੈ ਕਿ ਜਿਹੜੇ ਲਾਇਸੈਂਸ ਜਾਂ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਨੇ ਉਹ ਇੱਥੋਂ ਤੱਕ ਕਿਸ ਤਰੀਕੇ ਨਾਲ ਪਹੁੰਚੇ ਨੇ, ਕਿਉਂਕਿ ਸਾਨੂੰ ਪ੍ਰੋਪਰ ਤਰੀਕੇ ਨਾਲ ਪਹਿਲਾਂ ਸਟੱਡੀ ਕਰਵਾਈ ਜਾਂਦੀ ਹੈ, ਉਸ ਤੋਂ ਬਾਅਦ ਅਸੀਂ ਲੈਂਗੁਏਜ ਪ੍ਰੋਫੀਸ਼ੀਐਂਸੀ ਟੈਸਟ ਦਿੰਦੇ ਹਾਂ, ਫਿਰ ਗਵਰਨਮੈਂਟ ਟੈਸਟ ਕਲੀਅਰ ਕਰਦੇ ਹਾਂ। ਉਹ ਜਦੋਂ ਸਾਰੇ ਪ੍ਰੋਗਰਾਮਸ ਦੀ ਸਾਨੂੰ ਨੌਲੇਜ ਹੋ ਜਾਂਦੀ ਹੈ, ਜਦੋਂ ਸਾਰਾ ਓਵਰਆਲ ਹਰ ਇੱਕ ਤਰੀਕੇ ਦੀ ਤੁਹਾਡੇ ਕੋਲ ਨੌਲੇਜ ਅਵੇਲੇਬਲ ਹੁੰਦੀ ਹੈ, ਉਸ ਤੋਂ ਬਾਅਦ ਵਿੱਚ ਤੁਹਾਨੂੰ ਇਹ ਲਾਇਸੈਂਸ ਦਿੱਤਾ ਜਾਂਦਾ ਹੈ। ਸੋ ਗੱਲ ਕਰਦੇ ਹਾਂ ਜਨਵਰੀ ਇਨਟੇਕ ਦੀ। ਜੇ ਜਨਵਰੀ ਇਨਟੇਕ 'ਚ ਜਿਨ੍ਹਾਂ ਨੇ ਖਾਸ ਤੌਰ ਤੇ ਨਾ ਰੀਫਾਈਲਿੰਗ ਵਾਲੇ ਜਿਹੜੇ ਕੇਸਿਸ ਹੁੰਦੇ ਆ ਥੋੜੇ ਜ਼ਿਆਦਾ ਵਰਿਡ ਹੁੰਦੇ ਆ, ਉਹਨਾਂ ਦਾ ਕੰਸਰਨ ਥੋੜਾ ਜ਼ਿਆਦਾ ਹੁੰਦਾ ਹੈ। ਤੁਸੀਂ ਮੇਰੇ ਤੋਂ ਜ਼ਿਆਦਾ ਸਮਝ ਸਕਦੇ ਹੋ ਕਿ ਇੱਕ ਰਿਫਿਊਜ਼ਲ ਤੁਹਾਨੂੰ 1 ਮਹੀਨਾ ਡਿਲੇ ਨਹੀਂ ਕਰਦੀ, ਤੁਹਾਨੂੰ ਕਿਤੇ ਨਾ ਕਿਤੇ 6 ਮਹੀਨੇ ਅੱਗੇ ਤਾਂ ਪਾ ਹੀ ਦਿੰਦੀ ਹੈ। ਸੋ ਜਿਨ੍ਹਾਂ ਨੇ ਰੀਫਾਈਲਿੰਗ ਕਰਨੀ ਹੈ ਜੀ, ਜੇ ਉਹ ਸਕਾਈਟੈਗ ਦੇ ਥਰੂ ਅਪਲਾਈ ਕਰਨਾ ਚਾਹੁੰਦੇ ਨੇ ਤਾਂ ਉਹ ਕੀ ਐਕਸਪੈਕਟ ਕਰਨ, ਕੀ ਫਾਇਦਾ ਉਹਨਾਂ ਨੂੰ ਹੋ ਸਕਦਾ? ਜੀ ਬਿਲਕੁਲ, ਅਗਰ ਦੇਖੋ ਸਕਾਈਟੈਗ ਦੇ ਕੋਲੋਂ ਯਾਨੀ ਕਿ ਸਾਡੇ ਕੋਲੋਂ ਜਾਂ ਮੇਰੇ ਕੋਲੋਂ ਤੁਸੀਂ ਹੈਲਪ ਲੈਣਾ ਚਾਹੁੰਦੇ ਹੋ, ਆਪਣੀ ਪ੍ਰੋਫਾਈਲ ਅਸੈਸ ਕਰਵਾਉਣਾ ਚਾਹੁੰਦੇ ਹੋ, ਰੀਅਪਲਾਈ ਕਰਵਾਉਣਾ ਚਾਹੁੰਦੇ ਹੋ, ਤੇ ਤੁਹਾਨੂੰ ਪੂਰੀ ਹੈਲਪ ਹੋਏਗੀ। ਤੁਹਾਡੀ ਫਾਈਲ ਪ੍ਰੋਪਰ ਤਰੀਕੇ ਨਾਲ ਅਸੈਸ ਕੀਤੀ ਜਾਏਗੀ, ਤੁਹਾਨੂੰ ਪ੍ਰੋਪਰ ਵੇ ਨਾਲ ਇੰਸਟਰਕਸ਼ਨਸ ਜਾਂ ਗਾਈਡਲਾਈਨਸ ਪ੍ਰੋਵਾਈਡ ਕੀਤੀਆਂ ਜਾਣਗੀਆਂ ਕਿ ਕਿਸ ਤਰੀਕੇ ਨਾਲ ਤੁਸੀਂ ਇਹਦੇ 'ਚ ਓਵਰਕਮ ਕਰ ਸਕਦੇ ਹੋ। ਉਹ ਤੁਹਾਡਾ ਅੱਗੇ ਹੈਗਾ ਕਿ ਤੁਸੀਂ ਐਪਲੀਕੇਸ਼ਨ ਖੁਦ ਲਗਾਉਣਾ ਚਾਹੁੰਦੇ ਹੋ ਜਾਂ ਨਹੀਂ, ਬਟ ਤੁਸੀਂ ਇੱਕ ਅਸੈਸਮੈਂਟ ਜ਼ਰੂਰ ਲੈ ਸਕਦੇ ਹੋ। ਸੋ ਉਹਦੇ ਵਿੱਚ ਕਿਸੇ ਵੀ ਤਰੀਕੇ ਦੀ ਜਿਹੜੀ ਵੀ ਕਮੀ ਜਾਂ ਡਰਾਬੈਕ ਹੋਣਗੇ ਉਸਨੂੰ ਰੈਕਟੀਫਾਈ ਕਰਨ ਤੋਂ ਬਾਅਦ ਵਿੱਚ ਉਹ ਐਪਲੀਕੇਸ਼ਨ ਲਗਾਈ ਜਾਏਗੀ। ਸਟੇਟਮੈਂਟ ਆਫ ਪਰਪਸ ਦੇ ਵਿੱਚ ਚੇਂਜਸ ਹੁੰਦੀਆਂ ਨੇ। ਸੋ ਖਾਸ ਤੌਰ ਤੇ ਮੈਂ ਸਟੂਡੈਂਟਸ ਨੂੰ ਦੱਸਦੀ ਹੁੰਦੀ ਹਾਂ ਕਿ ਅਗਰ ਤੁਸੀਂ ਰੀਅਪਲਾਈ ਕਰਨ ਜਾ ਰਹੇ ਹੋ, ਯਾਨੀ ਕਿ ਤੁਸੀਂ ਰਿਫਿਊਜ਼ਡ ਕੇਸ ਹੋ, ਤਾਂ ਸਟੇਟਮੈਂਟ ਆਫ ਪਰਪਸ ਦੇ ਵਿੱਚ ਕਦੀ ਵੀ ਚੀਜ਼ ਨੂੰ ਹਾਈਡ ਨਾ ਕਰੋ ਕਿ ਕਿਹੜੇ ਕਾਰਨਾਂ ਕਰਕੇ ਤੁਸੀਂ ਰਿਫਿਊਜ਼ਲ ਲਈ, ਉਸਨੂੰ ਜ਼ਰੂਰ ਮੈਂਸ਼ਨ ਕਰੋ। ਸੋ ਇੱਥੇ ਵੀ ਕਾਫੀ ਸਟੂਡੈਂਟਸ ਜਿਹੜੇ ਉਹ ਦੁਬਾਰਾ ਗਲਤੀ ਕਰ ਲੈਂਦੇ ਨੇ। ਦੁਬਾਰਾ ਇਹੀ ਸਭ ਤੋਂ ਜ਼ਿਆਦਾ ਗਲਤੀ ਹੁੰਦੀ ਹੈ ਕਿ ਦੁਬਾਰਾ ਤੁਸੀਂ ਪਹਿਲੇ ਏਜੰਟ ਜਿਹਦੇ ਕੋਲ ਤੁਸੀਂ ਆਲਰੇਡੀ ਰਿਫਿਊਜ਼ਲ ਲੈ ਚੁੱਕੇ ਹੋ, ਤੁਹਾਨੂੰ ਹੁੰਦਾ ਕਿ ਤੁਸੀਂ ਇੱਕ ਕੰਫਰਟ ਜ਼ੋਨ ਚੋਂ ਬਾਹਰ ਨਹੀਂ ਜਾਣਾ ਚਾਹੁੰਦੇ। ਤੁਹਾਨੂੰ ਹੁੰਦਾ ਕਿ ਚਲੋ ਜਿਹਦੇ ਕੋਲ ਅਸੀਂ ਪਹਿਲਾਂ ਲਗਵਾਈ ਹੈ, ਸਾਡੀ ਕੇਸ ਹਿਸਟਰੀ ਹਰ ਇੱਕ ਚੀਜ਼ ਨੂੰ ਚੰਗੀ ਤਰ੍ਹਾਂ ਜਾਣਦੇ, ਤਾਂ ਅਸੀਂ ਦੁਬਾਰਾ ਉੱਥੇ ਲਗਵਾ ਲੈਂਦੇ ਹਾਂ। ਤੇ ਉਹਨਾਂ ਦਾ ਵੀ ਇਹੀ ਕਾਰਨ ਹੁੰਦਾ ਹੈ ਕਿ ਚਲੋ ਕੋਈ ਨਾ ਕੋਈ ਇਸ ਤਰ੍ਹਾਂ ਦੀ ਰੀਜ਼ਨ ਪ੍ਰੋਵਾਈਡ ਕੀਤੀ ਜਾਵੇ ਕਿ ਸਟੂਡੈਂਟ ਨੂੰ ਲੱਗੇ ਕਿ ਮੇਰਾ ਖੁਦ ਦਾ ਫਾਲਟ ਸੀਗਾ, ਨਾ ਕਿ ਕਿਸੇ ਏਜੰਟ ਦਾ। ਤੇ ਉਹ ਕਾਰਨ ਦੇਖੋ ਇਹੀ ਹੁੰਦੇ ਨੇ ਕਿ ਅਗਰ ਤੁਹਾਨੂੰ ਚੰਗੇ ਤਰੀਕੇ ਨਾਲ ਕੋਰਸ ਪ੍ਰੋਵਾਈਡ ਨਹੀਂ ਕੀਤਾ ਗਿਆ, ਦੈਟ ਮੀਨਸ ਕਿ ਏਜੰਟ ਨੂੰ ਜ਼ਿਆਦਾ ਨੌਲੇਜ ਨਹੀਂ ਸੀ ਇਸ ਚੀਜ਼ ਨੂੰ ਲੈ ਕੇ, ਉਹਨੂੰ ਤੁਹਾਨੂੰ ਰੈਲੀਵੈਂਟ ਕੋਰਸ ਚੂਜ਼ ਨਹੀਂ ਕਰਵਾਇਆ, ਜਾਂ ਇਨਸਫੀਸ਼ੀਐਂਟ ਫੰਡ ਸੀਗੇ, ਜਾਂ ਤੁਹਾਡਾ ਸਬਜੈਕਟ ਪ੍ਰੋਪਰ ਵੇ ਨਾਲ ਚੂਜ਼ ਨਹੀਂ ਕੀਤਾ, ਕੋਰਸ ਸਬਜੈਕਟ ਕਿਹੜੇ ਲੈਣੇ ਸੀ ਇਹੀ ਨਹੀਂ ਪਤਾ ਹੁੰਦਾ। ਸਟੇਟਮੈਂਟ ਆਫ ਪਰਪਸ ਦੇ ਵਿੱਚ ਚੰਗੀ ਤਰੀਕੇ ਨਾਲ ਅਗਰ ਤੁਹਾਡੇ ਕਿਸੇ ਸਟੱਡੀ ਦੇ ਵਿੱਚ ਗੈਪ ਸੀਗਾ, ਉਸਨੂੰ ਜਸਟੀਫਾਈ ਨਹੀਂ ਤੁਸੀਂ ਕਰ ਪਾਏ। ਸੋ ਬਹੁਤ ਸਾਰੇ ਕਾਰਨ ਹੁੰਦੇ ਨੇ, ਜਸਟ ਲਿਮਿਟਡ ਕਾਰਨ ਨਹੀਂ। ਕਈ ਵਾਰੀ ਮਿਸ ਰਿਪਰੈਜ਼ੈਂਟੇਸ਼ਨ ਇਹਨਾਂ ਕਾਰਨਾਂ ਕਰਕੇ ਲੱਗ ਜਾਂਦੇ। ਤੁਹਾਡੇ ਡਾਕੂਮੈਂਟੇਸ਼ਨ ਦੇ ਵਿੱਚ ਐਡਿਟ ਕੁਝ ਤਰੀਕੇ ਦੇ ਕੁਝ ਚੀਜ਼ਾਂ ਜਾਂ ਕੁਝ ਫੇਕ ਡਾਕੂਮੈਂਟੇਸ਼ਨਸ ਵਗੈਰਾ ਵੀ ਹੋ ਜਾਂਦੀਆਂ ਨੇ। ਸੋ ਸਟੂਡੈਂਟਸ ਨੂੰ ਨੈਕਸਟ ਟਾਈਮ ਆਪਣੀ ਐਪਲੀਕੇਸ਼ਨ ਲਗਾਉਣ ਵਾਸਤੇ ਸਭ ਤੋਂ ਪਹਿਲਾਂ ਤਾਂ ਕਿਸੇ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਦੇ ਕੋਲ ਹੀ ਜਾਣਾ ਚਾਹੀਦਾ ਹੈ। ਸੋ ਅਗਰ ਤੁਸੀਂ ਸਾਡੇ ਕੋਲ ਆਉਂਦੇ ਹੋ ਤਾਂ ਬਿਲਕੁਲ ਤੁਹਾਡੀ ਫਾਈਲ ਤਰੀਕੇ ਨਾਲ ਅਸੈਸ ਕੀਤੀ ਜਾਵੇਗੀ, ਤੁਹਾਨੂੰ ਜਿਹੜੀਆਂ ਵੀ ਆਪਸ਼ਨਸ ਅਵੇਲੇਬਲ ਹੋਣਗੀਆਂ ਉਹ ਦੱਸੀਆਂ ਜਾਣਗੀਆਂ। ਸੋ ਸਟੂਡੈਂਟਸ ਨੂੰ ਸਾਡੇ ਕੋਲ ਆਉਣ ਦਾ ਦੇਖੋ ਇਹ ਵੀ ਫਾਇਦਾ ਹੈ ਕਿ ਇਕੱਲਾ ਤੁਹਾਡਾ ਇਹੀ ਸਟੱਡੀ ਪਰਮਿਟ ਤੱਕ ਹੀ ਨਹੀਂ ਲਿਮਿਟਡ ਰਹੇਗਾ। ਹੋ ਸਕਦਾ ਹੈ ਕਿ ਜਿਸ ਤਰ੍ਹਾਂ ਤੁਹਾਡੇ ਸਕੋਰ ਮੰਨ ਲਓ ਲੈਂਗੁਏਜ ਪ੍ਰੋਫੀਸ਼ੀਐਂਸੀ ਨੂੰ ਤੁਸੀਂ ਜ਼ਿਆਦਾ ਮੀਟ ਨਹੀਂ ਕਰ ਪਾ ਰਹੇ, ਤੁਸੀਂ ਓਵਰ ਇਨ ਈਚ 6 ਨਹੀਂ ਤੁਸੀਂ ਅਚੀਵ ਕੀਤੇ, ਬਟ ਤੁਹਾਡੇ ਕੋਲ ਕਿਸੇ ਤਰੀਕੇ ਦਾ ਕੋਈ ਵਰਕ ਐਕਸਪੀਰੀਅੰਸ ਹੈਗਾ, ਸੋ ਤੁਸੀਂ ਡਾਇਰੈਕਟ PNP ਦੇ ਅੰਦਰ ਵੀ ਫਾਲ ਕਰ ਸਕਦੇ ਹੋ। ਬਟ ਉਹਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ ਤੁਹਾਡੇ ਕੋਲ ਨੌਲੇਜ ਹੋਣੀ। ਅਗਰ ਤੁਹਾਨੂੰ ਪਤਾ ਹੈ ਕਿ ਕਿਸ ਤਰੀਕੇ ਦੇ ਟ੍ਰੇਡਸ ਜਿਹੜੇ ਨੇ, ਕਿਸ ਤਰੀਕੇ ਦੀਆਂ ਆਕੂਪੇਸ਼ਨਲ ਡਿਮਾਂਡਸ ਅਵੇਲੇਬਲ ਨੇ PNPs ਦੇ ਅੰਦਰ, ਤੁਸੀਂ ਉਹਦੇ ਵਾਸਤੇ ਵੀ ਐਲੀਜੀਬਲ ਹੋ ਸਕਦੇ ਹੋ। ਸੋ ਓਵਰਆਲ ਤੁਹਾਡੀ ਪ੍ਰੋਫਾਈਲ ਅਸੈਸ ਕੀਤੀ ਜਾਂਦੀ ਹੈ। ਹੋ ਸਕਦਾ ਤੁਸੀਂ ਸਟੱਡੀ ਵੀਜ਼ੇ ਲਈ ਜਾ ਸਕਦੇ ਹੋ ਸਕਦਾ ਤੁਸੀਂ ਕਿਸੇ PNP ਦੇ ਥਰੂ ਡਾਇਰੈਕਟ PR ਲੈ ਸਕਦੇ ਹੋ ਸਕਦਾ ਐਕਸਪ੍ਰੈਸ ਐਂਟਰੀ ਦੇ ਅੰਦਰ ਜਿਸ ਤਰ੍ਹਾਂ ਅਸੀਂ ਜੌਬ ਬੈਂਕ ਹੁੰਦੇ ਨੇ, ਉੱਥੇ ਤੁਸੀਂ ਐਜ਼ ਅ ਜੌਬ ਸੀਕਰ ਦੇ ਵਿੱਚ ਤੁਸੀਂ ਜੌਬ ਲੈ ਸਕਦੇ ਹੋ। ਸੋ ਬਹੁਤ ਸਾਰੇ ਤਰੀਕੇ ਹੁੰਦੇ ਨੇ ਆਪਣਾ ਵੀਜ਼ਾ ਕੱਢਣ ਦੇ। ਸੋ ਇਹ ਚੀਜ਼ਾਂ ਸਾਰੀਆਂ ਓਵਰਆਲ ਇੱਕੋ ਥਾਂ ਤੇ ਹੀ ਅਸੈਸ ਕੀਤੀਆਂ ਜਾਂਦੀਆਂ ਨੇ, ਇੱਕ ਹੀ ਟਾਈਮ ਦੇ ਉੱਪਰ, ਨਾ ਕਿ ਇਕੱਲਾ ਤੁਹਾਡਾ ਸਟੱਡੀ ਵੀਜ਼ਾ ਦੇਖਿਆ ਜਾਂਦਾ ਹੈ। ਸੋ ਇਸ ਤੋਂ ਇਲਾਵਾ ਤੁਸੀਂ ਹੋਰ ਸਰਵਿਸਿਜ਼ ਵੀ ਸਾਡੇ ਤੋਂ ਲੈ ਸਕਦੇ ਹੋ ਇਨ ਕੈਨੇਡਾ, ਜਾਂ ਉੱਥੇ ਜਾ ਕੇ ਤੁਸੀਂ ਆਪਣਾ ਸਟੱਡੀ ਪਰਮਿਟ ਐਕਸਟੈਂਡ ਕਰਨਾ ਹੈ, ਕੱਲ੍ਹ ਨੂੰ ਵਰਕ ਪਰਮਿਟ ਲੈਣਾ ਹੈ, ਜਾਂ ਆਪਣੇ ਪੇਰੈਂਟਸ ਨੂੰ ਬੁਲਾਉਣਾ ਚਾਹੁੰਦੇ ਹੋ, ਖੁਦ PR ਲੈਣੇ ਚਾਹੁੰਦੇ ਹੋ। ਸੋ ਕਿਹੜੇ ਰਸਤੇ ਨੇ, ਕਿਸ ਤਰੀਕੇ ਨਾਲ ਤੁਸੀਂ ਪੁਆਇੰਟਸ ਨੂੰ ਮੀਟ ਕਰਨਾ ਹੈ। ਸੋ ਓਵਰਆਲ ਨੌਲੇਜ ਤੁਹਾਨੂੰ ਸਕਾਈਟੈਗ ਤੋਂ ਮਿਲ ਸਕਦੀ ਹੈ। ਸੋ ਕਿਸੇ ਵੀ ਤਰੀਕੇ ਦੀ ਸਲਾਹ ਗੱਲ ਸ਼ੁਰੂ ਹੁੰਦੀ ਹੈ ਅਸੈਸਮੈਂਟ ਤੋਂ, ਸੋ ਤੁਸੀਂ ਜ਼ਰੂਰ ਇੱਕ ਵਾਰੀ ਕਾਲ ਕਰਕੇ ਮੇਰੀ
ਤੁਹਾਨੂੰ ਸਲਾਹ ਹੈ ਕਿ ਅਸੈਸਮੈਂਟ ਜ਼ਰੂਰ ਕਰਾਓ, ਕਾਲੀ ਦੇ ਵਿੱਚ ਰੀਫਾਈਲਿੰਗ ਨਾ ਕਰੋ। ਰੈਗੂਲੇਟਿਡ ਕੰਸਲਟੈਂਟ ਤੋਂ ਅਸੈਸਮੈਂਟ ਲਈ ਤੁਸੀਂ ਨੰਬਰ ਡਿਸਪਲੇ ਹੋ ਰਿਹਾ, ਇੱਕ ਵਾਰੀ ਕਾਲ ਕਰਕੇ ਆਪਣੇ ਪ੍ਰੋਫਾਈਲ ਦੀ ਪਹਿਲਾਂ ਅਸੈਸਮੈਂਟ ਕਰਾਓ, ਉਸ ਤੋਂ ਬਾਅਦ ਹੀ ਅੱਗੇ ਦਾ ਪ੍ਰੋਸੈਸ ਜਿਹੜਾ ਕੰਟੀਨਿਊ ਕਰੋ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ। ਜੀ ਥੈਂਕ ਯੂ ਦੀਪਕ ਜੀ।